ਇਹ ਕੇਂਦਰ ਸਰਕਾਰ ਇੱਕ ਜ਼ਬਰਦਸਤੀ ਧੱਕਾ ਪੰਜਾਬ ਨਾਲ, ਕਿਉਂਕਿ ਪਹਿਲਾਂ ਤਾਂ ਹੀ ਸੈਂਟਰ ਸਾਡੇ ਨਾਲ ਕਰਦਾ ਆ ਧੱਕਾ ਪੰਜਾਬ ਨਾਲ। ਬਾਕੀ ਜਿਹੜਾ ਹੁਣ ਮੋਦੀ ਕਰ ਰਿਹਾ, ਇਹਨਾਂ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ, ਅੰਗਰੇਜ਼ਾਂ ਮੁਸਲਮਾਨਾਂ ਵਾਲੀਆਂ, ਸਭ ਤੋਂ ਹੀ ਉੱਪਰ ਹੋ ਗਿਆ ਇਹ ਮਤਲਬ ਜੇ ਕੋਈ ਮਾਹੌਲ ਖਰਾਬ ਹੁੰਦਾ ਹੈ, ਜਿਹੜੀ ਸਥਿਤੀ ਬਣਦੀ ਜਾ ਰਹੀ ਹੈ, ਇਹ ਸੈਂਟਰ ਸਰਕਾਰ ਜ਼ਿੰਮੇਦਾਰ ਹੋਊਗੀ ਦੀ ਆਉਣ ਵਾਲੇ ਟਾਈਮ ਵਿੱਚ, ਜੇ ਕੋਈ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ। ट्रेनां आईयां सी जो रस्ते 'ਚ ਖੜੀਆਂ ਸੀ, ਪਹਿਲਾਂ ਰੁਕੀਆਂ ਹੋਈਆਂ ਸੀ ਧਰਨਿਆਂ ਦੇ ਕਾਰਨ, ਉਹ ਤਾਂ ਖਾਲੀ ਹੋ ਚੁੱਕੀਆਂ ਤੇ ਨਵੀਆਂ ਟ੍ਰੇਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਕਿਵੇਂ ਦੇਖਦੇ ਹੋ, ਕੀ ਸਮਝਦੇ ਹੋ ਕਿਉਂ ਰੋਕ ਲਾਈ ਗਈ? ਇਹ ਆਪਸ ਵਿੱਚ ਕਿਸਾਨਾਂ ਨੂੰ ਪਾੜਨਾ ਚਾਹੁੰਦੇ ਆ। ਤੁਸੀਂ ਤਾਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ, ਪਰੰਤੂ ਕੇਂਦਰ ਨੇ ਰੇਲਾਂ ਰੋਕਤੀਆਂ। ਕੇਂਦਰ ਨੇ ਰੇਲਾਂ ਰੋਕਤੀਆਂ ਜੀ। ਗੱਲ ਆਏ ਆ, ਸਿਆਣੇ ਕਹਿੰਦੇ ਆ ਵੀ ਜੇ ਗਿੱਦੜ ਦੀ ਮੌਤ ਆਉਂਦੀ ਸ਼ਹਿਰੋਂ ਨੱਠਦਾ। ਹੁਣ ਮੋਦੀ ਦੀ ਮੌਤ ਆਈ ਵੀ ਆ। ਮੋਦੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਮੋਦੀ ਅਸੀਂ ਕਿਸਾਨ ਜਿੰਨੇ ਕਿਸਾਨ ਭਰਾ ਹੈਗੇ ਸਾਰੇ ਅਸੀਂ ਇਕੱਠੇ ਰਹਾਂਗੇ, ਇਕੱਠੇ ਤੇਰੀ ਇੱਕ ਨਾਲ ਇੱਟ ਖੜਕਾ ਕੇ ਜਾਵਾਂਗੇ। ਇਹ ਤਾਂ ਡਰਾਮੇਬਾਜ਼ੀ ਹੈ ਜੀ, ਜੁਮਲੇ ਆ ਉਹਦੇ। ਇਹ ਮਨ ਦੀ ਬਾਤ ਤਾਂ ਇਹ ਤਾਂ ਜਦ ਕਰੋਨਾ ਆਇਆ, ਬਾਕੀ ਇਹਨਾਂ ਨੇ ਜਾਣ ਕੇ ਫੈਲਾਇਆ। ਇਹਨੂੰ ਪਤਾ ਨਹੀਂ ਕਿੱਕਣਾ ਨੀਂਦ ਆਉਂਦੀ ਆ ਰਾਤ ਨੂੰ, ਇੰਨੇ ਲੋਕਾਂ ਨਾਲ ਧੱਕੇ ਕਰਕੇ, ਜਿਨ੍ਹਾਂ ਨੇ ਇਹਨੂੰ ਰਾਜਾ ਬਣਾਇਆ ਉਹਨਾਂ ਨਾਲੇ ਧੱਕਾ ਕਰਕੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਸੌਂਦਾ। ਮੈਂ ਤਾਂ ਇਹ ਕਹਿੰਦਾ ਵੀ ਇਹਨੂੰ ਨੀਂਦ ਪਤਾ ਨਹੀਂ ਕਿਹੜੇ ਤਰੀਕੇ ਨਾਲ ਆ ਰਹੀ ਆ। ਅਸੀਂ ਤਾਂ ਪ੍ਰਮਾਤਮਾ ਮੂਹਰੇ ਕਹਿੰਦੇ ਆ ਵੀ ਇਹਦਾ ਹੀ ਅੰਨ ਜਿਹੜਾ ਪਾਣੀ ਆ ਉਹ ਪ੍ਰਮਾਤਮਾ ਇਹਦਾ ਬੰਦ ਕਰ ਦੇਵੇ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਪਟੜੀਆਂ ਤੇ ਬੈਠੇ ਸੀ ਤੇ ਹੁਣ ਰੇਲਵੇ ਸਟੇਸ਼ਨਾਂ ਤੇ ਆਉਣ ਤੋਂ ਬਾਅਦ ਕਿਸਾਨਾਂ ਵੱਲੋਂ ਜੋ ਫੈਸਲਾ ਲਿਆ ਗਿਆ ਸੀ ਕਿ ਰੇਲ ਗੱਡੀਆਂ ਨੂੰ ਸਿਰਫ ਮਾਲ ਗੱਡੀਆਂ ਨੂੰ ਜਾਣ ਦਿੱਤਾ ਜਾਵੇਗਾ, ਪਰੰਤੂ ਸਵਾਰੀ ਗੱਡੀਆਂ ਦੇ ਲਈ ਹਾਲੇ ਵੀ ਧਰਨਾ ਜਾਰੀ ਹੈ। ਪਰੰਤੂ ਹੁਣ ਲੱਗਦਾ ਹੈ ਕਿ ਬਾਜੀ ਪੁੱਠੀ ਪੈ ਗਈ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਰੀਆਂ ਗੱਡੀਆਂ ਦੀ ਜਿਹੜੀ ਹੈਗੀ ਆਵਾਜਾਈ ਰੋਕ ਦਿੱਤੀ ਗਈ ਹੈ ਦਿੱਲੀ ਤੋਂ, ਤੇ ਕਿਸਾਨ ਵੀ ਲਗਾਤਾਰ ਧਰਨੇ ਤੇ ਡਟੇ ਹੋਏ ਨੇ। ਇਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਜੋ ਗੱਡੀਆਂ ਰੋਕੀਆਂ ਗਈਆਂ ਹੈ ਉਸ ਦੇ ਪਿੱਛੇ ਕੀ ਮਨਸ਼ਾ ਹੈ ਕੇਂਦਰ ਸਰਕਾਰ ਦੀ, ਕਿਸਾਨ ਕੀ ਸੋਚਦੇ ਨੇ ਤੇ ਅਗਲੀ ਕੀ ਰਣਨੀਤੀ ਹੋਵੇਗੀ ਕਿਸਾਨਾਂ ਦੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਸਰ ਤੁਹਾਡਾ? ਰੁਪਿੰਦਰ ਸਿੰਘ ਰੂਪਾ ਜੀ। ਸਰ, ਕੇਂਦਰ ਸਰਕਾਰ ਵੱਲੋਂ ਟ੍ਰੇਨਾਂ ਰੋਕ ਦਿੱਤੀਆਂ ਗਈਆਂ, ਕਿਸਾਨ ਤਾਂ ਰੇਲਾਂ ਰੋਕਣ ਦਾ ਰੇਲੋ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਕਿਸਾਨਾਂ ਵੱਲੋਂ, ਪਰੰਤੂ ਕੇਂਦਰ ਵੱਲੋਂ ਤਾਂ ਖੁਦ ਹੀ ਰੇਲਾਂ ਰੋਕ ਦਿੱਤੀਆਂ ਗਈਆਂ। ਕਿਵੇਂ ਦੇਖਦੇ ਹੋ? ਕਿਸਾਨਾਂ ਨਾਲ ਤਾਂ 5 ਤਰੀਕ ਥਾਣੀ ਰੇਲਾਂ ਖੋਲ੍ਹਦੀਆਂ ਜਿਹੜੀਆਂ ਮਾਲ ਗੱਡੀਆਂ ਹੈ, ਸਵਾਰੀਆਂ ਬੰਦ ਕਰੀਆਂ ਹੋਈਆਂ। ਇਹ ਕੇਂਦਰ ਸਰਕਾਰ ਇੱਕ ਜ਼ਬਰਦਸਤੀ ਧੱਕਾ ਪੰਜਾਬ ਨਾਲ, ਕਿਉਂਕਿ ਪਹਿਲਾਂ ਤਾਂ ਹੀ ਸੈਂਟਰ ਸਾਡੇ ਨਾਲ ਕਰਦਾ ਆ ਧੱਕਾ ਪੰਜਾਬ ਨਾਲ। ਬਾਕੀ ਜਿਹੜਾ ਹੁਣ ਮੋਦੀ ਕਰ ਰਿਹਾ, ਇਹਨਾਂ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ, ਅੰਗਰੇਜ਼ਾਂ ਮੁਸਲਮਾਨਾਂ ਵਾਲੀਆਂ, ਸਭ ਤੋਂ ਹੀ ਉੱਪਰ ਹੋ ਗਿਆ ਇਸ ਕਰਕੇ ਇਹਦੇ ਪੁਤਲੇ ਵੀ ਸਾੜੇ ਆ ਬਈ ਇਹ ਉਹੀ ਜਿੱਦ ਦਾ ਮਾਰਾ। ਇਹਨੇ ਮਤਲਬ ਸਾਡੀਆਂ ਜਿਹੜਾ ਮਾਲ ਆਉਂਦਾ ਤਾਂ 5 ਤਰੀਕ ਥਾਣੀ ਕਿਸਾਨਾਂ ਨੇ ਢਿੱਲ ਦਿੱਤੀ ਤੀ ਵੀ ਸਾਡਾ ਜੋ ਇਹ ਕਹਿੰਦੇ ਵੀ ਮਾਲ ਰੋਕਿਆ ਵਾ ਕਿਸਾਨਾਂ ਨੇ, ਵੀ ਆਉਣ ਨਹੀਂ ਦਿੰਦੇ ਹੈਗੇ ਕਿਸਾਨ, ਕੋਲਾ ਨਹੀਂ ਆਉਣ ਦਿੰਦੇ ਹੈਗੇ। ਉਹ ਅਸੀਂ ਮੁੱਖ ਮੰਤਰੀ ਦੀ ਅਪੀਲ ਤੇ ਕਿਸਾਨਾਂ ਨਾਲ ਵਾਅਦਾ ਕਰਿਆ ਸੀ ਉਹਨਾਂ ਨੇ ਬਈ ਮਤਾ ਪਾਉਣ ਦਾ, ਉਹ ਕਿਸਾਨਾਂ ਨਾਲ ਵਾਅਦੇ ਤੇ ਪੂਰੇ ਉਤਰਦੇ ਹੋਏ 5 ਤਰੀਕ ਥਾਣੀ ਰੇਲਾਂ ਖੋਲ੍ਹ ਦਿੱਤੀਆਂ ਸੀ, ਜਿਹੜੀਆਂ ਮਾਲ ਗੱਡੀਆਂ ਸੀ, ਸਵਾਰੀਆਂ ਬੰਦ ਹੈ। ਇਹ ਜਿਹੜਾ ਮੋਦੀ ਆ ਇਹ ਸਾਡੇ ਤੇ ਜਿਹੜੀ ਤਾਨਾਸ਼ਾਹੀ ਹੁਕਮ ਚਲਾ ਰਿਹਾ ਹੈ। ਇਹਨੇ ਪਹਿਲਾਂ ਜੰਮੂ ਕਸ਼ਮੀਰ ਤੇ ਵੀ ਚਲਾਇਆ, ਹੁਣ ਪੰਜਾਬ ਤੇ ਵੀ ਚਲਾਇਆ। ਇਹ ਮਤਲਬ ਜੇ ਕੋਈ ਮਾਹੌਲ ਖਰਾਬ ਹੁੰਦਾ ਹੈ, ਜਿਹੜੀ ਸਥਿਤੀ ਬਣਦੀ ਜਾ ਰਹੀ ਹੈ, ਇਹ ਸੈਂਟਰ ਸਰਕਾਰ ਜ਼ਿੰਮੇਦਾਰ ਹੋਊਗੀ ਦੀ ਆਉਣ ਵਾਲੇ ਟਾਈਮ ਵਿੱਚ, ਜੇ ਕੋਈ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ। ਹੋਰ ਕੋਈ ਨਹੀਂ ਜ਼ਿੰਮੇਦਾਰ ਹੋਊਗਾ, ਮੋਦੀ ਜ਼ਿੰਮੇਦਾਰ, ਸਿੱਧਾ ਜ਼ਿੰਮੇਦਾਰ ਹੋਊਗਾ, ਮੋਦੀ ਸਰਕਾਰ ਜ਼ਿੰਮੇਦਾਰ ਹੋਊਗੀ। ਬਿਲਕੁਲ ਜੀ। ਕੀ ਨਾਮ ਸਰ ਤੁਹਾਡਾ? ਚਰਨ ਸਿੰਘ ਮੁੰਡੀਆਂ। ਮੁੰਡੀਆ ਜੀ, ਦੱਸੋ ਜਿਹੜਾ ਕੇਂਦਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ, ਟ੍ਰੇਨਾਂ ਰੋਕ ਦਿੱਤੀਆਂ ਗਈਆਂ, ਕੁਝ ਟ੍ਰੇਨਾਂ ਆਈਆਂ ਸੀ ਜੋ ਰਸਤੇ 'ਚ ਖੜੀਆਂ ਸੀ, ਪਹਿਲਾਂ ਰੁਕੀਆਂ ਹੋਈਆਂ ਸੀ ਧਰਨਿਆਂ ਦੇ ਕਾਰਨ, ਉਹ ਤਾਂ ਖਾਲੀ ਹੋ ਚੁੱਕੀਆਂ ਤੇ ਨਵੀਆਂ ਟ੍ਰੇਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਕਿਵੇਂ ਦੇਖਦੇ ਹੋ, ਕੀ ਸਮਝਦੇ ਹੋ ਕਿਉਂ ਰੋਕ ਲਾਈ ਗਈ? ਇਹ ਆਪਸ ਵਿੱਚ ਕਿਸਾਨਾਂ ਨੂੰ ਪਾੜਨਾ ਚਾਹੁੰਦੇ ਆ, ਕਿਉਂਕਿ ਕਿਸਾਨਾਂ ਨੂੰ ਇਸ ਵਕਤ ਲੋੜ ਸੀਗੀ ਖਾਦਾਂ ਦੀ, ਕੋਲੇ ਦੀ, ਬਿਜਲੀ ਦੀ। ਇਹ ਕਿਸਾਨਾਂ ਨੂੰ ਆਪਸ ਵਿੱਚ ਜਿਹੜੇ ਧਰਨੇ 'ਤੇ ਆ ਰਹੇ ਆ ਔਰ ਉਹਨਾਂ ਦੇ ਵਿੱਚ ਆਪਸ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਦਨੀਤੀ ਹੈ ਸਰਕਾਰ ਦੀ, ਕਿਉਂਕਿ ਅਸੀਂ ਤਾਂ ਜਾਇਜ਼ ਮੰਗ ਇੱਕ ਰੱਖੀ ਹੋਈ ਸੀ ਵੀ ਇਹਦੇ ਵਿੱਚ ਮੱਦ ਪਾ ਦਿਓ ਬਈ MSP ਰੇਟ ਤੋਂ ਘੱਟ ਕੋਈ ਵੀ ਵਪਾਰੀ ਕੋਈ ਵੀ ਫਸਲ ਨੂੰ ਖਰੀਦੂਗਾ ਨਹੀਂ। ਦੱਸੋ ਇਹਦੇ 'ਚ ਕਿਆ ਮਾੜੀ ਗੱਲ ਦਾ? ਇੱਕੋ ਅਸੀਂ ਜ਼ੋਰ ਦੇ ਕੇ ਇਹ ਮੰਗ ਪਾ ਰਹੇ ਤੇ ਵੀ ਮੱਦ ਇਹ ਪਾਓ ਵਿੱਚ ਵੀ MSP ਰੇਟ ਤੋਂ ਘੱਟ ਕੋਈ ਵੀ ਵਪਾਰੀ ਕੋਈ ਵੀ ਫਸਲ ਖਰੀਦੂਗਾ ਨਹੀਂ ਹੈਗਾ।
ਕਿਤੇ ਤੁਸੀਂ ਦੱਸਿਆ ਕਿ ਫੁੱਟ ਪਾਉਣ ਵਾਸਤੇ ਕੀਤਾ ਗਿਆ, ਕੀ ਹੁਣ ਫੁੱਟ ਪੈ ਜੂਗੀ ਕਿਸਾਨਾਂ 'ਚ? ਨਹੀਂ ਪੈਣੀ, ਬਿਲਕੁਲ ਨਹੀਂ ਪੈਣੀ ਹੈਗੀ। ਕਿਸਾਨਾਂ ਦਾ ਇੱਕ ਆ ਪੂਰਾ। ਇਹ ਅਸੀਂ ਇਹਦੀਆਂ ਚਾਲਾਂ ਨੂੰ ਸਮਝਦੇ ਹਾਂ, ਪਰ ਉਹ ਸਾਡੇ 'ਚ ਪਾਏ ਬੇਸ਼ੱਕ ਤੇ ਕੋਸ਼ਿਸ਼ ਕਰੇ, ਪਰ ਕਿਸਾਨਾਂ 'ਚ ਕੋਈ ਫੁੱਟ ਨਹੀਂ ਪਊਗੀ। ਕਿਸਾਨ ਆਪਣੇ ਅੜੇ ਵੇ ਆ ਵਤੀਰੇ ਪਰ। ਸਰ ਕੀ ਨਾਮ ਹੈ ਤੁਹਾਡਾ? ਤਲੋਚਨ ਸਿੰਘ ਜੀ। ਕੀ ਕਹਿਣਾ ਚਾਹੁੰਦੇ ਸਾਰੇ ਮੁੱਦੇ ਨੂੰ ਲੈ ਕੇ, ਜਿਵੇਂ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਟ੍ਰੇਨਾਂ ਨੂੰ, ਤੁਸੀਂ ਤਾਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ, ਪਰੰਤੂ ਕੇਂਦਰ ਨੇ ਰੇਲਾਂ ਰੋਕਤੀਆਂ। ਕੇਂਦਰ ਨੇ ਰੇਲਾਂ ਰੋਕਤੀਆਂ ਜੀ। ਗੱਲ ਆਏ ਆ, ਸਿਆਣੇ ਕਹਿੰਦੇ ਆ ਵੀ ਜੇ ਗਿੱਦੜ ਦੀ ਮੌਤ ਆਉਂਦੀ ਸ਼ਹਿਰੋਂ ਨੱਠਦਾ। ਹੁਣ ਮੋਦੀ ਦੀ ਮੌਤ ਆਈ ਵੀ ਆ, ਇਹ ਪੰਜਾਬੀਆਂ ਨਾਲ ਪੰਗਾ ਲਿੱਤਾ ਇਹਨੇ। ਹੁਣ ਰੇਲਾਂ ਰੋਕ ਕੇ ਇਹਨੇ ਪੰਜਾਬੀਆਂ ਨਾਲ ਪੰਗਾ ਪਾਇਆ। ਜਿਹੜੇ ਬਾਹਰੋਂ ਸਾਨੂੰ ਮਾਲ ਆਉਂਦਾ ਸੀਗਾ, ਖਾਦ ਆਉਣਾ ਸੀ, ਸਾਡਾ ਹੋਰ ਸਮਾਨ ਆਉਣਾ ਸੀਗਾ, ਇਹਨੇ ਜਾਣ ਕੇ ਰੋਕਿਆ ਵੀ ਜਿਹੜੇ ਕਿਸਾਨਾਂ ਦੇ ਆਪਸ ਵਿੱਚ ਫੁੱਟ ਪਵੇ ਤੇ ਆਪਸ ਵਿੱਚ ਖਿੜ ਜਾਣ। ਇਹ ਮੋਦੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਮੋਦੀ ਅਸੀਂ ਕਿਸਾਨ ਜਿੰਨੇ ਕਿਸਾਨ ਭਰਾ ਹੈਗੇ ਸਾਰੇ ਅਸੀਂ ਇਕੱਠੇ ਰਹਾਂਗੇ, ਇਕੱਠੇ ਤੇਰੀ ਹਿੱਕ ਨਾਲ ਇੱਟ ਖੜਕਾ ਕੇ ਜਾਵਾਂਗੇ। ਬਿਲਕੁਲ ਜੀ, ਕਿਸਾਨ ਲਗਾਤਾਰ ਡਟੇ ਹੋਏ ਨੇ ਧਰਨੇ ਤੇ। ਇਹਨਾਂ ਦਾ ਕਹਿਣਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਇਹ ਡਟੇ ਰਹਿਣਗੇ ਤੇ ਜੋ ਫੈਸਲਾ ਲਿਆ ਸਰਕਾਰ ਨੇ ਉਸ ਦੀ ਵੀ ਨਿਖੇਧੀ ਕੀਤੀ ਜਾ ਰਹੀ। ਸਰ ਕੀ ਨਾਮ ਜੀ? ਮੇਰਾ ਨਾਮ ਸਰਜੀਤ ਸਿੰਘ ਢੇਰ। ਕਿਵੇਂ ਦੇਖਦੇ ਹੋ ਜੋ ਫੈਸਲਾ ਲਿਆ ਕੇਂਦਰ ਸਰਕਾਰ ਵੱਲੋਂ? ਕੀ ਲੱਗਦਾ ਕਿ ਕਿਸਾਨਾਂ ਦਾ ਜਿਹੜਾ ਧਰਨਾ ਫੇਲ ਕਰਨ ਵਾਸਤੇ ਹੋ ਰਿਹਾ ਸਾਰਾ ਕੁਝ, ਜਿਵੇਂ ਕਿਸਾਨ ਕਹਿ ਰਹੇ ਆ, ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਟ੍ਰੇਨਾਂ ਰੋਕੀਆਂ ਗਈਆਂ ਦਿੱਕਤਾਂ ਆ ਸਕਦੀਆਂ ਪੰਜਾਬ ਦੇ ਵਿੱਚ? ਇਹ ਠੀਕ ਹੈ ਵੀ ਮੋਦੀ ਨੇ ਜੋ ਕੀਤਾ, ਟ੍ਰੇਨਾਂ ਰੋਕ ਕੇ ਮਾੜਾ ਕੀਤਾ ਪੰਜਾਬ ਦੇ ਲੋਕਾਂ ਨਾਲ, ਇਹਦੇ ਨਾਲ ਦੇਸ਼ ਪੱਧਰ ਤੇ ਰੋਸ ਫੈਲ ਰਿਹਾ। ਅੱਜ ਦਿੱਲੀ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ, 250 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ। ਉਹ ਵੀ ਫੈਸਲਾ ਕਰਨਗੇ। 5 ਤਰੀਕ ਨੂੰ ਬੰਦ ਵੀ ਭਾਰਤ ਹੋ ਰਿਹਾ, 26 27 ਨੂੰ ਦਿੱਲੀ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਹੈ। ਇਹ ਪਹਿਲੀ ਵਾਰੀ ਸ਼ੁਰੂਆਤ ਪੰਜਾਬ ਤੋਂ ਹੋਈ ਹੈ ਵੀ ਸਾਰੇ ਦੇਸ਼ ਦੀਆਂ ਜਥੇਬੰਦੀਆਂ, ਸਾਰੀਆਂ ਮਜ਼ਦੂਰ ਜਥੇਬੰਦੀਆਂ, ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਮੁਲਾਜ਼ਮ ਜਥੇਬੰਦੀਆਂ, ਸਾਰੇ ਲੋਕਾਂ ਦੇ ਜੋ ਨੁਮਾਇੰਦੇ ਹੈ ਉਹ ਸਾਡੇ ਇਸ ਸੰਘਰਸ਼ ਦੀ ਹਮਾਇਤ ਕਰ ਰਹੇ ਹੈ। ਹੁਣ ਮੋਦੀ ਨੂੰ ਭੈ ਹੈ, ਜਿਹਨੇ ਇਹ ਗਲਤ ਕੀਤਾ ਕੰਮ, ਉਹਨੂੰ ਸਾਰਾ ਦੇਸ਼ ਨਿੰਦ ਰਿਹਾ ਵੀ ਤੈਨੂੰ ਨਹੀਂ ਟ੍ਰੇਨਾਂ। ਮੋਦੀ ਦਾ ਅਕਸ ਪਹਿਲੀ ਵਾਰੀ ਹੋਇਆ ਵੀ ਪੁਤਲੇ ਜਿਹੜੇ ਹੈ ਦੁਸਹਿਰੇ ਦੇ ਦਿਨ ਹੀ ਮੋਦੀ ਦੇ ਫੂਕ ਹੋਏ। ਇਹ ਸਾਡੀ ਜ਼ਿੰਦਗੀ 'ਚ ਪਹਿਲੀ ਵਾਰੀ ਹੋਇਆ ਕਿਸੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਹੋਣ, ਤੇ ਉਹਨੇ ਚਿੜ ਕੇ ਜਿਹੜਾ ਜੋ ਟ੍ਰੇਨਾਂ ਦਾ ਕੀਤਾ ਉਹਨੂੰ ਨਹੀਂ ਕਰਨਾ ਚਾਹੀਦਾ। ਉਹਦਾ ਵਿਦੇਸ਼ਾਂ 'ਚ ਵੀ ਅਕਸ ਆ ਜਿਹੜਾ ਸਾਡੇ ਭਾਰਤ ਦਾ ਖਰਾਬ ਹੋਇਆ ਕਰਦਾ। ਅੰਦੋਲਨ ਸਾਡਾ ਵਧਣਾ, ਅੱਗੇ ਨਾਲੋਂ ਡਟਣਾ, ਇਹ ਸਿੱਧੀ ਹੁਣ ਸਰਕਾਰ ਨਾਲ, ਕੇਂਦਰ ਨਾਲ ਟੱਕਰ ਹੋਵੇਗੀ। ਬਿਲਕੁਲ ਜੀ। ਕਾਮਰੇਡ ਗੁਰਦੇਵ ਸਿੰਘ ਬਾਗੀ ਜੀ ਬੈਠੇ ਆ। ਬਾਗੀ ਥੋੜਾ ਸਾਈਡ ਹੋ ਜਾਓਗੇ। ਬਾਗੀ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਟ੍ਰੇਨਾਂ ਰੋਕੀਆਂ ਗਈਆਂ, ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਕੋਲੇ ਦੀ ਦਿੱਕਤ ਆਉਂਦੀ, ਯੂਰੀਆ ਦੀ ਆ, ਹੋਰ ਜਿਹੜਾ ਟ੍ਰੇਨਾਂ ਤੇ ਢੋਟਵਾਈ ਹੁੰਦੀ ਆ, ਉਹਨਾਂ ਚੀਜ਼ਾਂ ਦੀ ਦਿੱਕਤ ਆਉਂਦੀ ਪੰਜਾਬ ਦੇ ਵਿੱਚ, ਫਿਰ ਕਿਵੇਂ ਤਿਆਰੀ ਹੈਗੀ ਪੰਜਾਬੀਆਂ ਦੀ? ਦੇਖੋ ਜੀ, ਇਸ ਤਰ੍ਹਾਂ ਹੈ ਵੀ ਬਿਜਲੀ ਤੋਂ ਪਹਿਲਾਂ ਵੀ ਲੋਕ ਟਾਈਮ ਕੱਢਦੇ ਤੇ। ਮੋਦੀ ਦਾ ਹਾਲ ਹੋਆ, ਕਹਿੰਦੇ ਕਿਸੇ ਬੰਦੇ ਨੂੰ ਸਜ਼ਾ ਸੁਣਾਈ ਵੀ ਜਾਂ ਤਾਂ 100 ਗੱਠੇ ਖਾ ਲਾ, ਜਾਂ 100 ਜੁੱਤੀਆਂ ਖਾ ਲਾ, ਜਾਂ 100 ਰੁਪਈਆ ਦੇ ਦੇ। ਉਹਨੇ ਪਹਿਲਾਂ ਸੋਚਿਆ ਵੀ ਚੱਲ ਗੱਠੇ ਖਾਣੇ ਸੌਖੇ ਆ। ਉਹਨੇ 2 ਗੱਠੇ ਖਾਧੇ ਤਾਂ ਮੁੜ ਕੇ ਕਹਿੰਦਾ ਵੀ ਹੁਣ ਐਂ ਕੋਲ ਜੁੱਤੀਆਂ ਮਾਰ ਲਓ। 4 ਜੁੱਤੀਆਂ ਖਾ ਲੀਆਂ, ਮੁੜ ਕੇ ਕਹਿੰਦਾ ਨਹੀਂ 100 ਰੁਪਏ ਜੁਰਮਾਨਾ ਵੀ ਦੇਣਾ ਹੈ। ਪੰਜਾਬ ਦੇ ਕਿਸਾਨਾਂ ਨੇ, ਹਿੰਦੁਸਤਾਨ ਦੇ ਮਿਹਨਤਕਸ਼ ਲੋਕਾਂ ਨੇ ਮੋਦੀ ਸਰਕਾਰ ਦਾ ਉਹ ਹਾਲ ਕਰ ਦੇਣਾ, ਨਾਲੇ ਗੱਠੇ ਵੀ ਖਾਓ, ਜੁੱਤੀਆਂ ਵੀ ਖਾਓ, ਜੁਰਮਾਨਾ ਵੀ ਭਰੂ। ਲੋਕ ਜਿੱਤਣਗੇ, ਸਰਕਾਰ ਹਾਰੂਗੀ। ਨਹੀਂ, ਕਿਸਾਨਾਂ ਨੇ ਜਿਹੜਾ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ, ਕੀ ਲੱਗਦਾ ਜਿਹੜਾ ਕੇਂਦਰ ਨੇ ਖੁਦ ਟ੍ਰੇਨਾਂ ਰੋਕ ਦਿੱਤੀਆਂ, ਇਹਦੇ ਪਿੱਛੇ ਕੀ ਲੱਗਦਾ, ਕੀ ਮਕਸਦ ਹੈ ਉਹਨਾਂ ਦਾ? ਮਕਸਦ ਇਸ ਤਰ੍ਹਾਂ ਹੈ ਜੀ ਵੀ ਮੋਦੀ ਚੱਲਿਆ ਹਿਟਲਰ ਦੇ ਰਾਹ 'ਤੇ। ਉਹ ਕਹਿੰਦਾ ਜੇ ਮੈਂ ਦਿਨ ਕਹਿਣਾ ਤਾਂ ਦਿਨ ਕਹੋ, ਜੇ ਮੈਂ ਰਾਤ ਕਹਿਣਾ ਤਾਂ ਰਾਤ ਕਹੋ। ਉਹ ਛੜਾ ਬੰਦਾ ਹੈ, ਉਹਨੂੰ ਕੋਈ ਨਹੀਂ ਪਤਾ ਕਬੀਲਦਾਰੀ ਕਿਆ ਹੁੰਦੀ ਆ, ਕਿਸ ਤਰ੍ਹਾਂ ਕੋਈ ਘਰ ਆਪਣਾ ਚਲਾਉਂਦਾ। ਕਿਸਾਨ ਕੋਈ ਸ਼ੌਂਕਾਂ ਨਾਲ ਤੇ ਆ ਕੇ ਧਰਨਿਆਂ 'ਚ ਬਹਿੰਦੇ ਨਹੀਂ ਹੈਗੇ। ਕਿਸਾਨਾਂ ਨੂੰ ਮੋਦੀ ਨੇ ਮਜਬੂਰ ਕਰਿਆ, ਤਾਂ ਕਿਸਾਨ ਆ ਕੇ ਧਰਨਿਆਂ 'ਤੇ ਬੈਠੇ ਆ। ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਮੋਦੀ ਦੇ ਪਿੱਛੇ ਤਾਕਤਾਂ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਦਿਮਾਗ ਤੋਂ ਕੰਮ ਲੈਣਾ ਚਾਹੀਦਾ। ਮਿਲ ਬੈਠ ਕੇ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਆ। ਔਰ ਜਿਹੜੇ ਕਿਸਾਨਾਂ ਵਿਰੋਧੀ 3 ਕਾਨੂੰਨ ਬਣਾਏ ਆ, ਇਹਨਾਂ ਨੂੰ ਖਤਮ ਕਰਨਾ ਚਾਹੀਦਾ ਹੈ। ਤੁਹਾਨੂੰ ਲੱਗਦਾ ਕਿ ਕਾਨੂੰਨ ਵਾਪਸ ਲੈਣਗੇ ਮੋਦੀ ਸਾਹਿਬ? ਉਹਨਾਂ ਨੇ ਇੱਕ ਤਾਂ ਕਲੀਅਰ ਕਰਤਾ ਬਿਹਾਰ ਦੇ ਇੱਥੇ ਚੁਣਾਵ ਦੇ ਵਿੱਚ ਜਿਹੜੀ ਉਹਨਾਂ ਨੇ ਭਾਸ਼ਣ ਦਿੱਤਾ, ਤੇ ਦੂਜਾ ਜਿਹੜੇ ਪਹਿਲਾਂ ਲਾਗੂ ਕੀਤੇ ਉਹਨਾਂ ਨੇ ਕਾਨੂੰਨ, ਚਾਹੇ 370 ਤੋੜੀ ਗਈ ਆ, ਨੋਟਬੰਦੀ ਦਾ, GST ਆ, ਇਹਨਾਂ ਦੇ ਵਿੱਚ ਕੋਈ ਵਾਪਸੀ ਨਹੀਂ ਹੋਈ, ਕਿ ਕੋਈ ਯੂ ਟਰਨ ਨਹੀਂ ਹੋਇਆ। ਬਥੇਰਾ ਲੋਕਾਂ ਨੇ ਰੌਲਾ ਪਾਇਆ। ਕੀ ਲੱਗਦਾ ਕਿ ਹੁਣ ਵਾਪਸ ਹੋਊਗਾ? ਦੇਖੋ, ਪਹਿਲਾਂ ਰੌਲਾ ਤਾਂ ਜੀ, ਅੱਜ ਸੱਚੀ ਮੁੱਚੀ ਹਿੰਦੁਸਤਾਨ ਦਾ ਜਿਹੜਾ ਮਿਹਨਤਕਸ਼ ਲੋਕ ਆ, ਉਹ ਕਿਸਾਨਾਂ ਦੀ ਪਿੱਠ ਪਰ ਆ। ਇਹ ਮੋਦੀ ਨੂੰ ਵਹਿਮ ਆ। ਮਰਾਰਜੀ ਦੇਸਾਈ ਪ੍ਰਧਾਨ ਮੰਤਰੀ ਦਾ, ਉਹਨੇ ਮਜ਼ਦੂਰਾਂ ਵਿਰੁੱਧ ਕਾਨੂੰਨ ਬਣਾਏ ਤੇ ਉਹਦੇ ਪਰ ਰਾਸ਼ਟਰਪਤੀ ਦੇ ਸਾਈਨ ਵੀ ਹੋ ਗਏ। ਤੇ ਜਦੋਂ ਮਜ਼ਦੂਰਾਂ ਨੇ 2 ਦਿਨ ਹੜਤਾਲ ਕਰੀ ਤਾਂ ਉਹ ਰੱਦੀ ਦੀ ਟੋਕਰੀ 'ਚ ਗਏ। ਇਸ ਤਰ੍ਹਾਂ ਹੀ ਜਿਹੜੇ ਬਣਾਏ ਮੋਦੀ ਦੇ ਕਾਨੂੰਨ ਆ, ਇਹ ਰੱਦੀ ਦੀ ਟੋਕਰੀ 'ਚ ਜਾਣਗੇ।
ਕਿਸਾਨ ਜਿੱਤਣਗੇ, ਮੋਦੀ ਜਿਹੜਾ ਹੰਕਾਰਿਆ ਉਹ ਹਾਰੂਗਾ ਜੀ। ਬਿਲਕੁਲ, ਜਿੱਥੇ ਰੁਪਿੰਦਰ ਸਿੰਘ ਰੂਪਾ ਜੀ ਦੇ ਨਾਲ ਦੁਬਾਰਾ ਗੱਲ ਕਰਦੇ ਇਹਨਾਂ ਦੇ ਨਾਲ। ਰੂਪੀ ਨੇ ਮਨ ਕੀ ਬਾਤ ਕੀਤੀ ਹੈ, ਕੱਲ ਕਿਸਾਨਾਂ ਦੀ ਬਾਤ ਨਹੀਂ ਕੀਤੀ, ਕਿਵੇਂ ਦੇਖਦੇ ਹੋ ਵੀ ਕਿਸਾਨਾਂ ਦੀ ਬਾਤ ਹੋਣੀ ਚਾਹੀਦੀ ਸੀ? ਇਹ ਤਾਂ ਡਰਾਮੇਬਾਜ਼ੀ ਹੈ ਜੀ, ਜੁਮਲੇ ਆ ਉਹਦੇ। ਇਹ ਮਨ ਦੀ ਬਾਤ ਤਾਂ ਇਹ ਤਾਂ ਜਦ ਕਰੋਨਾ ਆਇਆ, ਬਾਕੀ ਇਹਨਾਂ ਨੇ ਜਾਣ ਕੇ ਫੈਲਾਇਆ। 370 ਦੀ ਉਹ ਤੋੜਨੀ ਸੀ, ਬਾਕੀ ਪੰਜਾਬ 'ਚ ਕਾਨੂੰਨ ਲਾਗੂ ਕਰਨੇ ਤੇ ਇੰਨਾ ਕਰੋਨਾ ਦਾ ਜ਼ਿਆਦਾ ਡਰ ਨਹੀਂ ਸੀ। ਬਾਹਰ ਕੈਨੇਡਾ 'ਚ ਵੀ ਆਇਆ, ਥੋੜ੍ਹੇ ਟਾਈਮ ਆਇਆ, ਉਹਨਾਂ ਨੇ ਸਾਰਾ ਕੁਝ ਖੋਲ੍ਹਤਾ, ਪਰ ਇਹਨਾਂ ਨੇ ਜਾਣ ਕੇ ਚਾਲ ਚੱਲੀ ਆ। ਇਹ ਮਨ ਦੀ ਬਾਤ ਤਾਂ ਕਰਦਾ, ਧਨ ਦੀ ਬਾਤ ਨਹੀਂ ਕਰਦਾ। ਇਹਨਾਂ ਕਿਹਾ ਤਾਂ 15-15 ਲੱਖ ਰੁਪਈਆ ਹਰੇਕ ਬੰਦੇ ਦੇ ਖਾਤੇ 'ਚ ਜਾਊਗਾ, ਮੈਂ ਪ੍ਰਧਾਨ ਮੰਤਰੀ ਬਣੂੰਗਾ। ਸਾਨੂੰ ਦੱਸਣ ਵੀ ਉਹ ਪੈਸਾ ਕਿੱਥੇ ਗਿਆ, ਕਿਸੇ ਦੇ ਰੁਪਈਏ ਦਾ ਖਾਤੇ 'ਚ ਨਹੀਂ ਆਇਆ ਹੈਗਾ। ਸਾਰੇ ਇਹ ਖਾ ਗਏ, ਸਾਰੇ ਪੈਸਿਆਂ ਤੇ ਡਾਕਾ ਮਾਰ ਗਏ। ਪਬਲਿਕ ਭੁੱਖੀ ਮਰ ਰਹੀ ਆ, ਰੋਜ਼ ਖੁਦਕਸ਼ੀਆਂ ਹੋ ਰਹੀਆਂ, ਇੱਕ ਪਰਿਵਾਰ ਦੇ 4-4 ਮੈਂਬਰ ਮਰ ਰਹੇ ਆ, ਇਹਨਾਂ ਦੀ ਬਦੌਲਤ ਮਰ ਰਹੇ ਆ, ਇਹਨਾਂ ਤੋਂ ਮੋਦੀ ਤੋਂ ਦੁਖੀ ਹੋ ਕੇ ਮਰ ਰਹੇ ਆ। ਸੋਸ਼ਲ ਮੀਡੀਆ ਤੇ ਪ੍ਰਚਾਰ ਜਿਹੜਾ ਪਹਿਲਾਂ ਇਲੈਕਸ਼ਨ ਦੇ ਵਿੱਚ ਕੀਤਾ ਸੀ ਮੋਦੀ ਸਰਕਾਰ ਨੇ ਵੀ ਅੱਛੇ ਦਿਨ ਆਏਗੇ, ਉਹ ਵੀ ਅੱਜ ਕੱਲ੍ਹ ਕਾਫੀ ਵਾਇਰਲ ਹੋ ਰਿਹਾ ਵਿਰੋਧੀ ਪਾਰਟੀ ਵੱਲੋਂ। ਤੁਹਾਨੂੰ ਕੀ ਲੱਗਦਾ ਵਾਕਈ ਅੱਛੇ ਦਿਨ ਆਏ ਆ ਕਿ ਕਿੰਨੇ ਕੁ ਅੱਛੇ ਦਿਨ ਆ? ਨਾ ਜੀ ਨਾ, ਇਹ ਤਾਂ ਬਿਲਕੁਲ ਗਲਤ ਗੱਲ ਆ। ਇੰਨੇ ਦਿਨ ਤਾਂ ਕਦੇ ਮਾੜੇ ਆਇਓ ਨਹੀਂ ਜਿੰਨੇ ਮੋਦੀ ਦੇ ਟਾਈਮ 'ਚ ਆਏ। ਇਹਨਾਂ ਨੋਟਬੰਦੀ ਕਰੀ, ਰਾਤੋਂ ਰਾਤ ਕਰਤੀ, ਲੋਕਾਂ 'ਚ ਹਾਹਾਕਾਰ ਮਚ ਗਈ, ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। 370 ਤੋੜੀ, ਉੱਥੇ ਹਾਹਾਕਾਰ ਮਚ ਗਈ। ਇਹਨਾਂ ਲੋਕ ਮਿਲਟਰੀ ਦੇ ਜ਼ੋਰ ਨਾਲ ਅੰਦਰ ਬੰਦ ਕਰਕੇ ਰੱਖੇ, ਉਹ ਬਾਹਰ ਨਹੀਂ ਨਿਕਲਣ ਦਿੱਤੇ ਕਈ ਮਹੀਨੇ। ਇਹਦੇ ਵਰਗਾ ਤਾਂ ਮਤਲਬ ਨਾ ਮੁਸਲਮਾਨ ਨਾ ਅੰਗਰੇਜ਼, ਕੋਈ ਵੀ ਮਾੜਾ ਇਨਸਾਨ ਨਹੀਂ ਹੋਇਆ। ਇਹਨੂੰ ਪਤਾ ਨਹੀਂ ਕਿੱਕਣਾ ਨੀਂਦ ਆਉਂਦੀ ਆ ਰਾਤ ਨੂੰ। ਇੰਨੇ ਲੋਕਾਂ ਨਾਲ ਧੱਕੇ ਕਰਕੇ, ਜਿਨ੍ਹਾਂ ਨੇ ਇਹਨੂੰ ਰਾਜਾ ਬਣਾਇਆ, ਉਹਨਾਂ ਨਾਲੇ ਧੱਕਾ ਕਰਕੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਸੌਂਦਾ। ਮੈਂ ਤਾਂ ਇਹ ਕਹਿਣਾ ਵੀ ਇਹਨੂੰ ਨੀਂਦ ਪਤਾ ਨਹੀਂ ਕਿਹੜੇ ਤਰੀਕੇ ਨਾਲ ਆ ਰਹੀ ਆ, ਇਹ ਸੌਂਦਾ ਕਿਹੜੇ ਤਰੀਕੇ ਨਾਲ। ਸਿਆਣੇ ਕਹਿੰਦੇ ਜਦੋਂ ਕਿਸੇ ਨੂੰ ਤੋੜਨਾ ਹੋਵੇ ਤਾਂ ਉਹਦਾ ਦਾਣਾ ਪਾਣੀ ਬੰਦ ਕਰ ਦਿਓ, ਤੇ ਸਿਆਣੇ ਵੀ ਜਿਹੜੀਆਂ ਟ੍ਰੇਨਾਂ ਰੋਕੀਆਂ ਉਸ ਨੂੰ ਲੈ ਕੇ ਦੇਖਦੇ ਕਿ ਇਹ ਸ਼ਾਇਦ ਪੰਜਾਬ ਦਾ ਦਾਣਾ ਪਾਣੀ ਬੰਦ ਕਰਤਾ ਮੋਦੀ ਸਾਹਿਬ ਨੇ। ਕੀ ਲੱਗਦਾ ਤੁਹਾਨੂੰ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਅਗਰ ਦਾਣਾ ਪਾਣੀ ਪੰਜਾਬੀਆਂ ਦਾ ਬੰਦ ਕਰਿਆ ਤਾਂ? ਇਹ ਬਿਲਕੁਲ ਬੰਦੇ ਦਾ ਦਾਣਾ ਪਾਣੀ ਨਹੀਂ ਬੰਦ ਕਰ ਸਕਦਾ। ਇਹ ਉਹਦੇ ਮਨ ਵਿੱਚ ਵਹਿਮ ਹੈ। ਇਹ ਪੰਜਾਬੀ ਤਾਂ ਉਹ ਸਿੰਘ ਸੂਰਮੇ ਆ ਜਿਨ੍ਹਾਂ ਨੇ ਜੰਗਲਾਂ 'ਚ ਰਹਿ ਕੇ ਇੰਨੇ ਸਾਲਾਂ 'ਚ ਪੱਤੇ ਖਾ ਕੇ ਵੀ ਜੰਗ ਲੜਾਈਆਂ ਲੜੀਆਂ ਤੇ ਜਿੱਤੀਆਂ। ਇਹ ਤਾਂ ਪੰਜਾਬੀ ਉਹ ਹੈ। ਮੋਦੀ ਨੂੰ ਵੀ ਇਤਿਹਾਸ ਬਾਰੇ ਪਤਾ ਹੈ ਵੀ ਇਹ ਉਹ ਪੰਜਾਬ ਆ ਜਿਨ੍ਹਾਂ ਜੰਗਲਾਂ 'ਚ ਰਹਿ ਕੇ ਵੀ ਲੜਾਈਆਂ ਲੜੀਆਂ ਔਰ ਪੱਤੇ ਖਾ ਕੇ ਜੰਗਾਂ ਜਿੱਤੀਆਂ। ਇਹ ਇਹਨਾਂ ਕਿਆ ਬੰਦ ਕਰਨਾ ਹੈ? ਪ੍ਰਮਾਤਮਾ ਨਾ ਬੰਦ ਕਰੇ। ਅਸੀਂ ਤਾਂ ਪ੍ਰਮਾਤਮਾ ਮੂਹਰੇ ਕਹਿੰਦੇ ਆ ਵੀ ਇਹਦਾ ਹੀ ਅੰਨ ਜਿਹੜਾ ਪਾਣੀ ਆ ਉਹ ਪ੍ਰਮਾਤਮਾ ਇਹਦਾ ਬੰਦ ਕਰ ਦੇਵੇ। ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਦੀ ਤਿਆਰੀ ਰਹੂਗੀ ਅਗਰ ਜਿਵੇਂ ਟ੍ਰੇਨਾਂ ਬੰਦ ਕੀਤੀਆਂ, ਪ੍ਰੋਬਲਮ ਆ ਸਕਦੀ ਕੋਲੇ ਦੀ ਆ ਜਾਂ ਖਾਦਾਂ ਦੀ ਆ, ਹੋਰ ਖਾਣ ਪੀਣ ਦਾ ਸਮਾਨ ਟ੍ਰੇਨਾਂ 'ਤੇ ਆਉਂਦਾ, ਅਗਰ ਦਿੱਕਤ ਆਉਂਦੀ ਆ, ਕਮੀ ਆਉਂਦੀ ਪੰਜਾਬ ਦੇ ਵਿੱਚ, ਕਿਸ ਤਰ੍ਹਾਂ ਤਿਆਰੀ ਆ ਕਿਸਾਨਾਂ ਦੀ? ਤੇ ਦਿੱਲੀ ਦੇ ਨਾਲ ਜਿਹੜੀ ਲੜਾਈ ਸ਼ੁਰੂ ਕੀਤੀ ਗਈ ਆ, ਅੱਗੇ ਉਹਦੇ 'ਚ ਕੀ ਰਣਨੀਤੀ ਜਿਹੜੀ ਕਿਵੇਂ ਲੜੀ ਜਾਣੀ? ਉਹ ਤਾਂ ਸਾਡੇ ਲੀਡਰ ਦੱਸੂਗੇ 5 ਤਰੀਕ ਨੂੰ ਗਾਹਾਂ ਵਾਲੀ ਰਾਜਨੀਤੀ ਦਾ ਨੀਤੀ ਜਿਹੜੀ ਬਣਾਉਣੀ ਆ। ਬਾਕੀ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਅਸੀਂ ਆਪਣਾ ਬਿਜਲੀ ਦਾ ਕੋਈ ਚੱਕਰ ਨਹੀਂ ਸਾਨੂੰ ਹੈਗਾ। ਅੱਗੇ ਵੀ ਟਾਈਮ ਕੱਢਦੇ ਤੇ ਦੀਵਿਆਂ ਥੱਲੇ ਟਾਈਮ ਕੱਢਦੇ ਤੇ ਕੋਈ ਚੱਕਰ ਨਹੀਂ। ਗਾਹਾਂ ਸਿਆਲ ਆ ਗਿਆ, ਕੋਈ ਬਿਜਲੀ ਦੀ ਐਡੀ ਬੜੀ ਲੋੜ ਨਹੀਂ। ਸਮੋ ਲੋਕਾਂ ਦੇ ਪੈਸੇ ਆ ਬਚਣਗੇ, ਲੋਕ ਪਹਿਲਾਂ ਹੀ ਬਹੁਤ ਤੰਗ ਆ ਖਰਚਿਆਂ ਤੋਂ, ਕੋਈ ਬਿਜਲੀ ਦਾ ਚੱਕਰ ਨਹੀਂ। ਬਾਕੀ ਅਸੀਂ ਆਪਣੇ ਖਾਣੇ ਜੋਗੇ ਤਾਂ ਅਨਾਜ ਪੈਦਾ ਕਰੇ ਲੈਣਾ ਖੇਤਾਂ ਵਿੱਚ, ਸਾਨੂੰ ਕੋਈ ਬੜੀ ਔਖੀ ਗੱਲ ਨਹੀਂ ਹੈਗੀ। ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ ਰੇਲਾਂ ਰੋਕਣ ਵਾਸਤੇ, ਤੇ ਕੇਂਦਰ ਨੇ ਹੁਣ ਖੁਦ ਹੀ ਰੇਲਾਂ ਰੋਕਤੀਆਂ। ਕਿ ਇਹਦੇ 'ਚ ਕੀ ਮੰਨਦੇ ਹੋ, ਕਿਸਾਨਾਂ ਦੀ ਜਿੱਤ ਹੋਈ ਆ ਜਾਂ ਕੇਂਦਰ ਦੀ ਜਿੱਤ ਹੋਈ ਆ? ਇਹ ਕਿਸਾਨਾਂ ਦੀ ਜਿੱਤ ਹੋਈ ਆ। ਇਹ ਜਿਹੜੀ ਨਾ ਹੁਣ ਰੇਲਾਂ ਰੋਕੀਆਂ, ਇਹ ਕਿਸਾਨਾਂ ਦੀ ਜਿੱਤ ਹੋਈ ਆ। ਹੁਣ ਇਹਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੈਗੀਆਂ, ਇਸ ਕਰਕੇ ਕਿਸਾਨਾਂ ਦੀ ਜਿੱਤ ਹੈ। ਇਹਨਾਂ ਤਾਂ ਬੰਦ ਕਰੀਆਂ ਵੀ ਹੁਣ ਮੈਂ ਇੱਧਰ ਨੂੰ ਡਰਾਵਾਂ ਵੀ ਊਂ ਤਾਂ ਕਿਸਾਨ ਪਿੱਛੇ ਹਟਦੇ ਨਹੀਂ ਹੈਗੇ, ਮੈਂ ਇੱਧਰ ਨੂੰ ਤੰਗ ਕਰਾਂ। ਪਰ ਕਿਸਾਨ ਮਜ਼ਦੂਰ ਸਾਰੇ ਹੀ ਬੰਦਿਆਂ ਨੂੰ ਪਤਾ ਏ। ਤੁਸੀਂ ਦੇਖਿਆ ਵੀ ਆ ਉਦਣ ਹਾਰ ਪਾਉਂਦੇ ਤੇ ਡਾਕਟਰ ਭੀਮ ਰਾਓ ਉਹਨਾਂ ਦੇ ਬੁੱਤਾਂ 'ਤੇ, ਉੱਥੇ ਵੀ ਜਿਹੜਾ ਸਮਾਜ ਤਾਂ ਉਹਨਾਂ ਨੇ ਵੀ ਇਹਨਾਂ ਦਾ ਵਿਰੋਧ ਕਰਿਆ, ਉਹਨਾਂ ਨੂੰ ਦੁੱਧ ਨਾਲ ਮੂਰਤੀਆਂ ਨੂੰ ਧੋਤਾ ਏ। ਸਾਰੇ ਹੀ ਸਮਝ ਗਏ ਇਹਨਾਂ ਦੀਆਂ ਚਾਲਾਂ ਨੂੰ। ਇਹ ਜਿਹੜਾ ਹਿੰਦੂ ਰਾਸ਼ਟਰ ਬਣਾਉਣੇ ਨੂੰ ਫਿਰਦੇ ਆ, ਉਹ ਇਹਨਾਂ ਦਾ ਨਹੀਂ ਚੱਲਣਾ, ਬਿਲਕੁਲ ਨਹੀਂ ਬਣਨਾ ਹੈਗਾ। ਇਸ ਕਰਕੇ ਇਹ ਤਾਂ ਗਲਤ ਸੋਚਦੇ ਆ। ਮੈਂ ਤਾਂ ਪਹਿਲਾਂ ਵੀ ਕਿਹਾ ਵੀ ਹਰਿਆਣੇ ਵਾਲੇ ਮੇਰੇ ਵੀਰ ਤਕੜੇ ਹੋਣ, ਤਕੜੇ ਹੋ ਕੇ ਲੜਾਈ ਲੜਨ, ਇਹਨੂੰ ਮੂੰਹ ਤੋੜਵਾਂ ਜਵਾਬ ਦਈਏ। ਬਾਕੀ ਆਪਾਂ ਆਪਣੇ ਮਸਲੇ ਆ ਬੈਠ ਕੇ ਹੱਲ ਕਰ ਲਾਂਗੇ ਬਾਅਦ ਵਿੱਚ, ਕੋਈ ਗੱਲ ਨਹੀਂ। ਮੈਂ ਗੁਰਨਾਮ ਸਿੰਘ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਦੇਖੋ, ਪਹਿਲਾਂ ਤਾਂ ਮੈਂ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਹਾਂ
ਜਿਹੜੇ ਹਰ ਮੁੱਦੇ ਤੇ ਹਰ ਪੱਖ ਤੋਂ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ, ਕੇਂਦਰ ਸਰਕਾਰ ਨਾਲ ਜਿਹੜਾ ਕਿਸਾਨਾਂ ਦਾ ਇਹ ਸੰਘਰਸ਼ ਚੱਲ ਰਿਹਾ ਹੈ ਉਹਨੂੰ ਉਠਾਉਂਦੇ ਆ। ਜਿਹੜੀ ਇਹ ਕੇਂਦਰ ਸਰਕਾਰ ਹੈ ਜੀ, ਇਹ ਕਿਸਾਨਾਂ ਨੂੰ ਵੀ ਬਦਨਾਮਾਂ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਸਰਕਾਰ ਨੂੰ ਵੀ, ਕਿਉਂਕਿ ਕੋਈ ਵੀ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਸ਼ਾਂਤੀ ਰਹੇ। ਪੰਜਾਬ ਦੀ ਅਸ਼ਾਂਤੀ ਦਾ ਮੁੱਦਾ ਬਣਾ ਕੇ ਭਾਰਤ ਵਿੱਚ ਇਹ ਵੋਟਾਂ ਬਟੋਰਦੇ ਆ। ਇਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਕੇਂਦਰ ਵਿੱਚ ਸਰਕਾਰ ਬਣਾਉਣ ਵਾਸਤੇ ਪੰਜਾਬ ਨੂੰ ਬਦਨਾਮ ਕਰਕੇ ਹਿੰਦੂਆਂ ਦੀਆਂ ਵੋਟਾਂ ਲੈ ਕੇ ਰਾਜ ਸੱਤਾ 'ਤੇ ਕਾਬਜ਼ ਹੋਣਾ ਹੈ। ਜਿਹੜੀਆਂ ਹੁਣ ਟ੍ਰੇਨਾਂ ਰੋਕੀਆਂ ਕੇਂਦਰ ਸਰਕਾਰ ਨੇ, ਇਹਦਾ ਕੋਈ ਮੈਨੂੰ ਤਾਂ ਕਾਰਨ ਦਿਖਦਾ ਨਹੀਂ, ਕਿਉਂਕਿ ਕਿਸਾਨ ਇਹਨਾਂ ਟਰੈਕਾਂ ਤੋਂ ਹਟ ਚੁੱਕੇ ਆ ਅਤੇ ਪੰਜਾਬ ਸਰਕਾਰ ਨੇ ਕੇਂਦਰੀ ਰੇਲ ਮੰਤਰੀ ਨੂੰ ਚਿੱਠੀ ਲਿਖੀ ਹੈ 25 ਤਰੀਕ ਨੂੰ ਕਿ ਇੱਥੇ ਰੇਲ ਟਰੈਕ ਖੁੱਲ੍ਹੇ ਆ, ਤੁਸੀਂ ਜੋ ਆਵਾਜਾਈ ਕਰਨੀ ਚਾਹੁੰਦੇ ਹੋ, ਜੋ ਮਾਲ ਦੀ ਢੋਆ ਢੁਆਈ ਕਰਨਾ ਚਾਹੁੰਦੇ ਆ ਕਰੋ। ਮੈਂ ਪੁੱਛਣਾ ਚਾਹੁੰਦਾ ਗਰੇਵਾਲ ਸਾਹਿਬ ਨੂੰ, ਉਹ ਅੱਜ ਵੀ ਡਿਬੇਟ 'ਤੇ ਕਹਿ ਰਿਹਾ ਸੀ ਕਿ ਤੁਸੀਂ ਭਾਈ ਸਾਨੂੰ ਚਿੱਠੀ ਲਿਖਤੀ ਸਾਨੂੰ ਗਰੰਟੀ ਦਿਓ, ਜਿਹੜੀਆਂ ਹੁਣ ਤੱਕ ਰੇਲਾਂ ਚੱਲੀਆਂ ਦਿੱਲੀ ਤੋਂ ਪੰਜਾਬ ਨੂੰ, ਉਹ ਤੁਸੀਂ ਗਰੰਟੀ ਸ਼ੁਦਾ ਤੋਂ ਚਲਾਈਆਂ। ਹੁਣ ਤੱਕ ਕਿਸੇ ਵੀ ਟਰੈਕ 'ਤੇ ਤੁਹਾਡੀ ਰੇਲ ਰੋਕੀ ਗਈ, ਕਿਸੇ ਵੀ ਟਰੈਕ 'ਤੇ ਕੋਈ ਟਰੈਕ ਦੇ ਰੇਲ ਹੇਠਾਂ ਆ ਕੇ ਕਿਸੇ ਵੀ ਕਿਸਾਨ ਦੀ ਮੌਤ ਹੋਈ। ਤੁਸੀਂ ਇਹ ਬਹਾਨੇਬਾਜ਼ੀ ਛੱਡ ਦਿਓ। ਕੇਂਦਰ ਸਰਕਾਰ ਕੋਲ ਗੁਆਂਢੀਆਂ ਨਾਲ ਗੱਲ ਕਰਨ ਨੂੰ ਤਾਂ ਟਾਈਮ ਹੈ, ਜੋ ਇਹਦੀ ਆਪਣੀ ਫਰਜ਼ ਹੈ। ਕੇਂਦਰ ਸਰਕਾਰ ਦੀ ਲੋਕ ਰਾਜ ਹੈ, ਲੋਕ ਰਾਜ ਵਿੱਚ ਹਰ ਵਰਗ ਦਾ ਸੁਣਵਾਈ ਹੋਣੀ ਚਾਹੀਦੀ ਹੈ। ਆਪਣੇ ਵਰਗ ਕੋਲ ਗੱਲ ਕਰਨ ਦੀ, ਆਪਣੇ ਦੇਸ਼ ਵਾਸੀਆਂ ਨਾਲ ਗੱਲ ਕਰਨ ਦਾ ਤਾਂ ਇਹਨਾਂ ਕੋਲ ਟਾਈਮ ਨਹੀਂ ਹੈ। ਪਾਕਿਸਤਾਨ ਦਾ ਨਾਲ 10-10 ਮੀਟਿੰਗਾਂ ਹੋ ਜਾਂਦੀਆਂ ਇਹਨਾਂ ਦੀਆਂ, ਤੇ ਹੁਣ ਚਾਈਨਾ ਨਾਲ ਦੇਖੋ 4-5 ਮੀਟਿੰਗਾਂ ਕਰਕੇ ਹਟੇ ਆ। ਦੇਖੋ ਇਹ ਜਿਹੜੀ ਕੇਂਦਰ ਸਰਕਾਰ ਹੈ, ਇਹਦੀ ਨੀਤ ਠੀਕ ਨਹੀਂ। ਜਦੋਂ ਨੀਤ ਠੀਕ ਨਹੀਂ, ਨੀਤੀਆਂ ਠੀਕ ਨਹੀਂ, ਇਹ ਆਮ ਜਨਤਾ ਨੂੰ ਭਾਰਤ ਦੀ ਨੂੰ ਭੜਕਾ ਕੇ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਗਰੀਬੀ ਅਮੀਰੀ ਦੇ ਨਾਂ 'ਤੇ ਅਤੇ ਹੁਣ ਖੇਤੀ ਦੇ ਨਾਂ 'ਤੇ ਇੱਕ ਪਾਸੇ ਇਹ MSP ਤੋੜੀ ਫਿਰਦੇ ਆ। ਪਹਿਲਾਂ ਜਿੱਥੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ, ਇੱਕ ਪਾਸੇ ਹੁਣ ਤੋੜਨ ਦੀ ਤਿਆਰੀ ਤੋੜ ਦਿੱਤੀ ਹੈ। ਪੰਜਾਬ ਤੇ ਹਰਿਆਣਾ ਵਿੱਚ ਹੁਣ ਤੋੜ ਦਿੱਤੀ ਹੈ, ਜਿਹਦੇ ਨਾਲ ਸਾਰੇ ਪੰਜਾਬ ਵਿੱਚ ਗਦਰ ਮਚ ਚੁੱਕਾ ਹੈ। ਇਹ ਬਹਾਨੇਬਾਜ਼ੀ ਕਰਦੇ ਆ, ਇੱਕ ਬਹਾਨਾ ਇਹਨਾਂ ਦਾ। ਬਾਕੀ ਇਹਨਾਂ ਨੂੰ ਰੁਕਾਵਟ ਪੰਜਾਬ ਵਿੱਚ ਮਾਲ ਗੱਡੀਆਂ ਆਉਣ ਤੇ ਕੋਈ ਨਹੀਂ ਹੈ। ਦੂਜਾ, ਇਹ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਕਰਨਾ ਚਾਹੁੰਦੇ ਆ ਖਾਦ ਔਰ ਡਾਈ ਭੇਜਣ ਤੋਂ। ਬਿਲਕੁਲ ਇਹ ਸਨ ਕਿਸਾਨ ਜਿਹੜੇ ਧਰਨੇ ਤੇ ਬੈਠੇ ਰੋਪੜ ਰੇਲਵੇ ਸਟੇਸ਼ਨ ਤੇ ਇਹਨਾਂ ਨੇ ਦੱਸਿਆ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਰੇਲਾਂ ਰੋਕੀਆਂ ਗਈਆਂ ਹੈ, ਢੋਆ ਢੁਆਈ ਦੀਆਂ ਰੇਲਾਂ ਨੂੰ ਵੀ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਕਿ ਕੋਈ ਦਿੱਕਤ ਨਹੀਂ, ਅਸੀਂ ਜਿਹੜਾ ਹੈਗਾ ਹਾਲੇ ਵੀ ਡਟੇ ਹੋਏ ਹਾਂ, ਅਸੀਂ ਆਪਣੀ ਲੜਾਈ ਦੇ ਵਿੱਚ ਅਸੀਂ ਹਾਰ ਨਹੀਂ ਮੰਨਾਂਗੇ। ਤੇ 5 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਇਸ ਨੂੰ ਲੈ ਕੇ ਅਗਲੀ ਮੀਟਿੰਗ ਵੀ ਰੱਖੀ ਗਈ ਹੈ ਕਿ ਅਗਲੀ ਰਣਨੀਤੀ ਕੀ ਹੈ। ਫਿਲਹਾਲ ਕਿਸਾਨਾਂ ਦਾ ਇੱਕੋ ਹੀ ਸਟੈਂਡ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ, ਉਦੋਂ ਤੱਕ ਲੜਾਈ ਜਾਰੀ ਰਹੇਗੀ। ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣ ਵਾਲੇ ਕਿਸਾਨ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਜੋ ਟ੍ਰੇਨਾਂ ਰੋਕ ਕੇ ਫੈਸਲਾ ਲਿਆ ਗਿਆ ਕਿ ਉਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਉੱਤੇ ਕੀ ਅਸਰ ਪੈਂਦਾ ਹੈ, ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ, ਕੀ ਪ੍ਰੋਬਲਮਾਂ ਆਉਂਦੀਆਂ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।